काले कानून जिन्ना कर केंद्र की सरकार रद्द नहीं करती इवें जेकर दिल्ली वाले मोर्चे नूं जारी रखांगे। केंद्र की सरकार बखलाट दे विच आई भी है, उन्होंने है भी इकट्ठ घटा के भी इन्हें डरद्या ने लोगों ने पिंडां दे विचों आउणा नहीं, पंजाब के लोगों ने नहीं आउणा, हरियाणे के लोगों ने नहीं आउणा, तो भी इस मुद्दे नूं आपां भड़का दईए, मुद्दे तो पासे कर दईए तो लोग घरां दे विच टेक के बह जाणगे, दिल्ली नूं ना आउणगे। पर असीं हुण कंमां वांगू विहले हो ਚੱਲੇ ਹਾਂ। दिल्ली के मोर्चे नूं असीं होर वड्डा तगड़ा करके आपणीਆਂ मंगां मना के लेके आवांगे। दिल्ली विखे लगातार किसान जथेबंदियां ਵੱਲੋਂ किसानां ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਉੱਥੇ ਕਿਸਾਨਾਂ ਤੋਂ ਇਲਾਵਾ ਹੋਰ ਜਥੇਬੰਦੀਆਂ ਵੀ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਈਆਂ ਹੋਈਆਂ ਜਿਹੜੀਆਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਲਿਆਂਦੇ ਤੇ ਉਹਨਾਂ ਨੂੰ ਰੱਦ ਕਰਾਉਣ ਲਈ ਲਗਾਤਾਰ ਦਿੱਲੀ ਦੀਆਂ ਬਰੂਹਾਂ ਤੇ ਜਿਹੜੇ ਲੋਕ ਬੈਠੇ ਹੋਏ ਆ ਉਸੇ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜ਼ਿਲ੍ਹਾ ਮਾਨਸਾ ਦੀ ਜਿਹੜੀ ਮੀਟਿੰਗ ਕੀਤੀ ਗਈ ਆ ਜਿਹਦੇ ਵਿੱਚ ਉੱਥੋਂ ਦੇ ਘੋਲ ਨੂੰ ਤਕੜਾ ਕਰਨ ਦੇ ਲਈ ਅਤੇ ਉੱਥੇ ਦਿੱਲੀ ਦੇ ਵਿੱਚ ਖੇਤੀ ਕਾਨੂੰਨ ਨੂੰ ਰੱਦ ਕਰਾਉਣ ਦੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤੇ ਵਿਉਂਤਬੰਦੀਆਂ ਬਣਾਈਆਂ ਜਾ ਰਹੀਆਂ। किस तरह ਦੀਆਂ ਵਿਉਂਤਬੰਦੀਆਂ ਸਾਡੇ ਨਾਲ ਆਗੂ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਉਹਨਾਂ ਦਾ ਕਹਿਣਾ ਗਾ। ਤੁਸੀਂ ਅੱਜ ਮੀਟਿੰਗ ਰੱਖੀ ਆ, ਕਿਸ ਮੁੱਦਿਆਂ ਨੂੰ ਲੈ ਕੇ ਰੱਖੀ ਆ, ਕੀ ਵਿਉਂਤਬੰਦੀਆਂ ਬਣਾਈਆਂ ਜਾ ਰਹੀਆਂ? ਦੇਖੋ ਜਿਹੜਾ ਹੈਗਾ ਅਸੀਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਜਥੇਬੰਦੀ ਦੇ ਵੱਲੋਂ ਜਿਹੜੀ ਮੀਟਿੰਗ ਹੈਗੀ ਮਾਨਸਾ ਜ਼ਿਲ੍ਹੇ ਵੱਲੋਂ ਰੱਖੀ ਹੈ। ਅਸੀਂ ਲੋਕਾਂ ਨੂੰ ਦੱਸਣ ਦੇ ਲਈ ਵੀ ਦਿੱਲੀ ਦੇ ਵਿੱਚ ਚੱਲਦਾ ਮੋਰਚਾ ਜ਼ਮੀਨੀ ਘੋਲ ਦੇ ਉੱਤੇ ਕਾਲੇ ਕਾਨੂੰਨ ਰੱਦ ਕਰਾਉਣ ਦੀ ਖਾਤਰ ਉਸ ਮੋਰਚੇ ਦੇ ਵਿੱਚ ਸੱਦਾ ਦੇਣੇ ਸੋਡੇ ਰਾਹੀਂ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਦੁਕਾਨਦਾਰਾਂ ਨੂੰ ਦਿੱਲੀ ਵਾਲੇ ਮੋਰਚੇ ਦੇ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਬੇਨਤੀ ਕਰਦੇ ਹਾਂ ਕਿ ਉੱਥੇ ਪਹੁੰਚਣ ਤੇ ਜਿਹੜਾ ਪਿੱਛੇ ਜਿਹੜੇ ਕਿਸਾਨ ਉੱਥੇ ਦਿੱਲੀ ਦੇ ਮੋਰਚੇ ਦੇ ਵਿੱਚ ਬੈਠਣਗੇ ਉਹਨਾਂ ਦਾ ਜਿਹੜੇ ਕੰਮ ਧੰਦੇ ਹੋਣਗੇ, ਉਹਨਾਂ ਦੇ ਜਿਹੜੇ ਸਾਡੇ ਰਹਿੰਦੇ ਹੋਣਗੇ ਪਿੰਡਾਂ ਦੇ ਵਿੱਚ ਕਿਸਾਨ, ਉਹਨਾਂ ਦਾ ਕਿੱਤਾ ਹੈਗਾ ਜਿਹੜਾ ਖੇਤੀ ਕਿੱਤਾ ਹੈਗਾ ਉਹਦਾ ਸਾਡੇ ਰਹਿੰਦੇ ਕਿਸਾਨ, ਪਿਛਲੇ ਕਿਸਾਨ, ਉਹ ਸਾਰਾ ਕੰਮ ਕਾਰ ਉਹਨਾਂ ਦਾ ਅਸੀਂ ਸਾਂਭਾਂਗੇ। ਅਸੀਂ ਪਿੱਛੇ ਨਹੀਂ ਹਟਾਂਗੇ। ਕਾਲੇ ਕਾਨੂੰਨ ਜਿੰਨਾ ਕਰ केंद्र की सरकार रद्द नहीं करती इवें जेकर दिल्ली वाले मोर्चे नूं जारी रखांगे, चढ़दी कला दे विच रखांगे, शांतमई बैठे हाँ, शांतमई बैठ के असीं आपणीਆਂ मंगां मना के दिल्ली दे विचों लेके आवांगे। लंबे समय तो बैठे आंगे, हुण बहुत उत्ते उतार चढ़ाए आ। हुण ये भी कहा जाता सी भी जिहड़ा उत्थे संघर्ष आ खिंडण लग गया, उत्थे उन्ना इकट्ठ नहीं रहा। की कहोगे, की लगदा गा सरकार दीयां चालां ने जां सचमुच उत्थे इकट्ठ घटदा जांदा? देखो ਜਿਹੜਾ ਇਕੱਠ ਦੀ ਗੱਲ ਹੈ ਵੀ ਉੱਥੇ ਇਕੱਠ ਘਟ ਗਿਆ, ਨਹੀਂ ਇਕੱਠ ਵਾਲਾ ਕੋਈ ਚੱਕਰ ਨਹੀਂ ਹੈਗਾ ਵੀ ਇਕੱਠ ਘਟ ਗਿਆ, ਕਿਉਂਕਿ ਕੰਮ ਦੀ ਰੁੱਤ ਸੀਗੀ, ਕੰਮ ਦੀ ਰੁੱਤ ਦੇ ਕਾਰਨਾਂ ਕਰਕੇ ਕੁਛ ਨਾ ਕੁਛ ਫਰਕ ਪੈ ਜਾਂਦਾ ਹੈਗਾ। ਉਹ ਕੰਮ ਦੀ ਰੁੱਤ ਦਾ ਟਾਈਮ ਹੈ ਜਿਹੜਾ ਉਹ ਟੱਪ ਗਿਆ ਤੇ ਹੁਣ ਉਦੋਂ ਵੀ ਵੱਡੀ ਗਿਣਤੀ ਹੈਗੀ ਜਿਹੜੀ ਉਹ ਦਿੱਲੀ ਦੇ ਵਿੱਚ ਜਾਵਾਂਗੇ। ਕੇਂਦਰ ਦੀ ਸਰਕਾਰ ਬਖਲਾਟ ਦੇ ਵਿੱਚ ਆਈ ਵੀ ਹੈ, ਉਹਨਾਂ ਨੂੰ ਹੈ ਵੀ ਇਕੱਠ ਘਟਾ ਕੇ ਵੀ ਇਹਨਾਂ ਡਰਦਿਆਂ ਨੇ ਲੋਕਾਂ ਨੇ ਪਿੰਡਾਂ ਦੇ ਵਿੱਚੋਂ ਆਉਣਾ ਨਹੀਂ, ਪੰਜਾਬ ਦੇ ਲੋਕਾਂ ਨੇ ਨਹੀਂ ਆਉਣਾ, ਹਰਿਆਣੇ ਦੇ ਲੋਕਾਂ ਨੇ ਨਹੀਂ ਆਉਣਾ, ਤਾਂ ਵੀ ਇਸ ਮੁੱਦੇ ਨੂੰ ਆਪਾਂ ਭੜਕਾ ਦਈਏ, ਮੁੱਦੇ ਤੋਂ ਪਾਸੇ ਕਰ ਦਈਏ ਤਾਂ ਲੋਕ ਘਰਾਂ ਦੇ ਵਿੱਚ ਟੇਕ ਕੇ ਬਹਿ ਜਾਣਗੇ, ਦਿੱਲੀ ਨੂੰ ਨਾ ਆਉਣਗੇ। ਪਰ ਅਸੀਂ ਹੁਣ ਕੰਮਾਂ ਵਾਂਗੂ ਵਿਹਲੇ ਹੋ ਚੱਲੇ ਹਾਂ। ਦਿੱਲੀ ਦੇ ਮੋਰਚੇ ਨੂੰ ਅਸੀਂ ਹੋਰ ਵੱਡਾ ਤਕੜਾ ਕਰਕੇ ਆਪਣੀਆਂ ਮੰਗਾਂ ਮਨਾ ਕੇ ਲੈ ਕੇ ਆਵਾਂਗੇ। ਨੌਜਵਾਨਾਂ ਦੀ ਗੱਲ ਕਰੀਏ ਤਾਂ ਵੱਡੀ ਜਿਹੜੇ ਇਕੱਠ ਸੀ ਨੌਜਵਾਨਾਂ ਦੇ ਸੀ, ਪਰ ਹੁਣ ਹੋਰ ਬਹੁਤਾ ਪਾਰਟੀਆਂ ਵੱਲੋਂ ਕਿਹਾ ਜਾਂਦੇ ਆ ਵੀ ਕਿਸਾਨਾਂ ਮਗਰ ਕੋਈ ਨੌਜਵਾਨੀ ਨਹੀਂ ਸੀ, ਇਹ ਤਾਂ ਸਾਡੇ ਮਗਰ ਸੀ, ਸਾਡੇ ਮਗਰ ਸੀ। ਕੀ ਲੱਗਦਾ ਨੌਜਵਾਨ ਇਸ ਸਮੇਂ ਵੀ ਕਿਸਾਨੀ 'ਚ ਸਹਿਯੋਗ ਦੇ ਰਹੇ ਆ? ਜਿਵੇਂ ਤੁਸੀਂ ਇਸ ਦੇ ਵਿੱਚ ਵੀ ਦੇਖਿਆ ਅੱਜ ਜੋ ਮੀਟਿੰਗ ਹੋ ਰਹੀ ਹੈ ਇਸ ਦੇ ਵਿੱਚ ਵੀ ਨੌਜਵਾਨ ਹੈ ਜਿਹੜੇ ਉਹ ਭਾਰੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਆ। ਪਰ ਜਿਹੜੀਆਂ ਇਹ ਅਫਵਾਹਾਂ ਫੈਲਾ ਰਹੀਆਂ ਨੇ, ਇਹ ਅਫਵਾਹਾਂ ਫੈਲਾਈਆਂ ਜਾ ਰਹੀਆਂ, ਚਾਹੇ ਉਹ ਸਰਕਾਰ ਵੱਲੋਂ ਹੈ ਚਾਹੇ ਗਲਤ ਅਨਸਰਾਂ ਵੱਲੋਂ ਇਹ ਅਫਵਾਹਾਂ ਫੈਲਾਈਆਂ ਜਾ ਰਹੀਆਂ ਕਿ ਨੌਜਵਾਨੀ ਹੈ ਜਿਹੜੀ ਉੱਥੇ ਪਹੁੰਚ ਨਹੀਂ ਰਹੀ। ਪਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਕਿ ਉੱਥੇ ਬਹੁਤ ਜ਼ਿਆਦਾ ਨੌਜਵਾਨ ਹੈ ਜਿਹੜੇ ਉਹ ਮੋਰਚੇ ਦੇ ਵਿੱਚ ਹੈ ਲਗਾਤਾਰ ਬਣੇ ਹੋਏ ਨੇ ਤੇ ਬਹੁਤ ਨੌਜਵਾਨ ਅਜਿਹੇ ਨੇ ਜੋ ਤਰ੍ਹਾਂ ਦੀਆਂ ਸੇਵਾਵਾਂ ਹੈ ਜਿਹੜੀਆਂ ਉੱਥੇ ਨਿਭਾ ਰਹੇ ਨੇ, ਚਾਹੇ ਉਹ ਕੋਈ ਆਲੂ ਵੰਡਣ ਦੀ ਸੇਵਾਵਾਂ ਹੋਣ, ਅੱਡੋ ਅੱਡ ਆਪਦੇ ਤਰੀਕਿਆਂ ਦੇ ਨਾਲ ਜੋ ਸਹਿਯੋਗ ਕਰ ਰਹੇ ਨੇ, ਚਾਹੇ ਉਹ ਅਧਿਆਪਕ ਸਹਿਯੋਗ ਕਰ ਰਹੇ ਨੇ, ਕਿਉਂਕਿ ਉਗਰਾਹਾਂ ਯੂਨੀਅਨ ਜਾਂ ਹੋਰ ਯੂਨੀਅਨਾਂ ਨੇ ਸਮੇਂ-ਸਮੇਂ 'ਤੇ ਹਰੇਕ ਫਰੰਟ ਦੇ ਨਾਲ ਖੜ੍ਹ ਕੇ, ਚਾਹੇ ਉਹ ਅਧਿਆਪਕਾਂ ਦਾ ਫਰੰਟ ਹੈ ਜਿੱਥੇ ਉਹਨਾਂ 'ਤੇ ਲਾਠੀ ਚਾਰਜ ਕੀਤਾ, ਉਹਨਾਂ ਦੇ ਹੱਕ 'ਚ ਆਵਾਜ਼ ਉਠਾਈ ਸੀ। ਅੱਜ ਉਹ ਅਧਿਆਪਕ ਜਥੇਬੰਦੀਆਂ ਵੀ ਹੋਰ ਨੌਜਵਾਨ ਵੀ ਪੂਰਾ ਉੱਥੇ ਸਾਥ ਦੇ ਰਹੇ ਹੈਗੇ। ਕੀ ਲੱਗਦਾ ਗਾ ਸੰਘਰਸ਼ ਲੰਬੇ ਸਮੇਂ ਤੋਂ ਚੱਲੀ ਵੀ ਜਾਂਦਾ ਸੀਗਾ, ਪਹਿਲਾਂ ਹੁੰਦਾ ਸੀਗਾ ਵੀ ਬਜ਼ੁਰਗ ਹੀ ਨੇ, ਹੁਣ ਔਰਤਾਂ ਵੀ ਹੈਗੀਆਂ, ਨੌਜਵਾਨ ਵੀ ਹੈਗੇ, ਪਰ ਸੰਘਰਸ਼ ਬਹੁਤ ਲੰਬਾ ਚੱਲਿਆ।
ਹਾਲੇ ਹੱਲ ਨਹੀਂ ਹੋਇਆ। ਕੀ ਲੱਗਦਾ ਗਾ ਜੇ ਸੰਘਰਸ਼ ਇਸੇ ਤਰ੍ਹਾਂ ਲੰਬਾ ਚੱਲਦਾ ਰਿਹਾ ਤਾਂ ਹੋਰ ਇਕੱਠ ਵੱਧਦੇ ਜਾਣਗੇ ਜਾਂ ਘਟਣਗੇ, ਤੇ ਨੌਜਵਾਨੀ ਤੇ ਜਿਹੜੀਆਂ ਔਰਤਾਂ ਉਹਨਾਂ ਦਾ ਵੀ ਸੰਘਰਸ਼ ਵਧੂਗਾ ਨਾਲ? ਜਿਵੇਂ ਤੁਸੀਂ ਦੇਖਿਆ ਉੱਥੇ ਔਰਤ ਦਿਵਸ ਮਨਾਇਆ ਗਿਆ ਸੀਗਾ, ਉਦੋਂ ਵੀ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਮਹਿਲਾਵਾਂ ਨੇ ਉੱਥੇ ਪੁੱਜ ਕੇ ਹਾਜ਼ਰੀ ਦਿੱਤੀ ਸੀਗੀ। ਤੇ ਤੁਸੀਂ ਜਦੋਂ ਹੁਣ ਦੇਖਿਆ ਸੀਗਾ, ਜਦੋਂ ਅਲੱਗ-ਅਲੱਗ ਅਖਬਾਰਾਂ ਦੇ ਵਿੱਚ ਖਬਰਾਂ ਆਈਆਂ ਸੀਗੀਆਂ ਕਲੀਨ ਸਵੀਪ ਦੇ ਲੈ ਕੇ ਵੀ ਅੰਦੋਲਨ ਨੂੰ ਕਲੀਨ ਸਵੀਪ ਕਰਾਂਗੇ, ਚਾਹੇ ਉਹ ਹਰਿਆਣੇ ਦੀ ਸਰਕਾਰ ਵੱਲੋਂ ਸੀ ਚਾਹੇ ਸੈਂਟਰ ਦੀ ਸਰਕਾਰ ਵੱਲੋਂ ਸੀ, ਵੀ ਧੱਕੇ ਨਾਲ ਉਹ ਧਰਨਾ ਚੁਕਾਵਾਂਗੇ। ਜਦੋਂ ਇਹ ਆਵਾਜ਼ਾਂ ਇਹ ਖਬਰਾਂ ਮਿਲੀਆਂ ਤਾਂ ਅੱਡੋ ਅੱਡ ਬਾਰਡਰਾਂ ਤੋਂ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ 'ਚ ਵੱਡੇ ਕਾਫਲੇ, ਚਾਹੇ ਉਹ ਖਨੌਰੀ ਬਾਰਡਰ ਤੋਂ ਹੋਣ ਚਾਹੇ ਉਹ ਡੱਬ ਵਾਲੀ ਬਾਰਡਰ ਤੋਂ ਹੋਣ, ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਮਹਿਲਾਵਾਂ ਵੀ ਪਹੁੰਚੀਆਂ, ਨੌਜਵਾਨ ਵੀ ਪਹੁੰਚੇ ਤੇ ਹੋਰ ਸਾਡੇ ਜਿਹੜੇ ਹਮ ਉਮਰ ਹੈ ਜਾਂ ਬਜ਼ੁਰਗ ਨੇ ਉਹ ਵੀ ਪਹੁੰਚੇ ਨੇ। ਪਰ ਦੂਜੀ ਗੱਲ ਦੱਸ ਦਈਏ ਕਿ 6-6 ਮਹੀਨਿਆਂ ਤੋਂ ਜਿਹੜੀਆਂ ਆਪਾਂ ਫਸਲਾਂ ਪਾਲੀ ਜਾਂਦੇ ਆ, ਆਪਣੀਆਂ ਫਸਲਾਂ ਨੂੰ ਬਚਾਉਣ ਦੇ ਲਈ ਅੱਜ ਉੱਥੇ ਬੈਠੇ ਆ, ਉਹਨਾਂ ਨੂੰ ਵੱਢਣ ਦੀ ਇਹ ਵਾਰੀ ਆ ਗਈ ਸੀ। ਇਸ ਕਰਕੇ ਕੁਝ ਬੰਦਿਆਂ ਨੂੰ ਉੱਥੋਂ ਆ ਕੇ ਇਹ ਫਸਲਾ, ਕਿਉਂਕਿ ਜੇ ਅਸੀਂ ਫਸਲਾਂ ਆਪਦੀਆਂ ਸਾਂਭਾਂਗੇ ਤਾਂ ਜਿਹੜਾ ਸੰਘਰਸ਼ ਚੱਲ ਰਿਹਾ ਇਹਦੇ ਵਿੱਚ ਸਾਨੂੰ ਆਰਥਿਕ ਤੌਰ ਤੇ ਵੀ ਲੋੜ ਪੈਣੀ ਹੈ, ਜਿਵੇਂ ਫੰਡ ਇਕੱਠੇ ਕਰਨੇ ਆ, ਹੋਰ ਚੀਜ਼ਾਂ ਗੀਆਂ, ਤਾਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵੀ ਅਸੀਂ ਇਹ ਫਸਲਾਂ ਜਿਹੜੀਆਂ ਵੱਢਣ ਆਏ ਸੀ। ਪਰ ਹੁਣ ਮੁੜ ਕੇ ਜਿਵੇਂ ਪੌਦ ਬੀਜ ਕੇ ਲੋਕ ਦੁਬਾਰਾ ਫਿਰ ਤੋਂ ਸੰਘਰਸ਼ ਦੇ ਵਿੱਚ ਉਸੇ ਤਰ੍ਹਾਂ ਜਾ ਰਹੇ। ਕਿਉਂ ਇਹ ਹੋ ਰਿਹਾ ਸੰਘਰਸ਼ ਲੰਬਾ ਕਿਉਂ ਖਿੱਚਿਆ ਜਾ ਰਿਹਾ? ਸਰਕਾਰ ਕਿਉਂ ਨਹੀਂ ਮੰਨ ਰਹੀ? ਕਿਉਂਕਿ ਤੁਹਾਨੂੰ ਵੀ ਪਤਾ ਹੈ ਸਰਕਾਰਾਂ ਜਿਹੜੀਆਂ ਸਮੇਂ-ਸਮੇਂ ਤੋਂ ਆਪਦੀਆਂ ਕੋਝੀਆਂ ਚਾਲਾਂ, ਹਰੇਕ ਹੀ ਚਾਲ ਚੱਲਣ ਦੀ ਕੋਸ਼ਿਸ਼ ਕਰਦੀ ਹੈ। ਦੇਖੋ ਪਹਿਲਾਂ ਵੀ ਉਹਨੇ 26 ਜਨਵਰੀ ਤੇ ਵੀ ਬਹੁਤ ਚਾਲਾਂ ਚੱਲੀਆਂ, ਸੰਘਰਸ਼ ਨੂੰ ਤਾਰ-ਪੀਡੋ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਰਕਾਰ ਹੈ ਜਿਹੜੀ ਉਹ ਹਰੇਕ ਫਰੰਟ ਤੇ ਫੇਲ ਹੋਈ ਹੈਗੀ। ਚਾਹੇ ਉਹ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਦੇ ਵਿੱਚ, ਕਿਉਂਕਿ ਪਹਿਲਾਂ ਉਹ ਇਹ ਕਹਿੰਦੇ ਸੀਗੇ ਵੀ ਜਿਹੜੇ ਕਿਸਾਨ ਆਗੂ ਹੈ ਉਹ ਸਾਡੇ ਨਾਲ ਗੱਲਬਾਤ ਕਰਨ ਨਹੀਂ ਆ ਨਹੀਂ ਰਹੇ, ਪਰ ਜਦੋਂ ਵੀ ਸਰਕਾਰ ਨੇ ਬੁਲਾਇਆ ਸਾਡੇ ਕਿਸਾਨ ਆਗੂ ਹੈ, ਤਰ੍ਹਾਂ ਦੇ ਜਿਹੜੇ ਉਹਨਾਂ ਨਾਲ ਵਾਰਤਾਲਾਪ ਹੋਇਆ, ਤਰ੍ਹਾਂ ਦੀਆਂ ਜਿਹੜੇ ਸਵਾਲ ਜਵਾਬ ਹੋਏ ਆ, ਉਹਦੇ ਵਿੱਚ ਇੱਕ ਵਾਰੀ ਜਿਹੜੀ ਸਰਕਾਰ ਹੈ ਉਹ ਬੈਕਫੁੱਟ ਤੇ ਗਈ ਹੈ। ਪਰ ਉਹ ਆਪਦੇ ਸ਼ਰਾਰਤੀ ਅਨਸਰਾਂ ਰਾਹੀਂ ਜਾਂ ਹੋਰ ਆਪਦੀਆਂ ਕੋਝੀਆਂ ਚਾਲਾਂ ਰਹੀ ਇਸ ਸੰਘਰਸ਼ ਨੂੰ ਪਿੱਛੇ ਹਟਾਉਣ ਦੀ ਕੋਸ਼ਿਸ਼ ਕਰਦੀ ਹੈ। ਪਰ ਜਿਹੜੇ ਲੋਕ ਹੈ ਇੰਨੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ, ਸਰਕਾਰ ਦੀ ਹਰ ਇੱਕ ਚਾਲ ਨੂੰ ਹੁਣ ਸਮਝ ਚੁੱਕੇ ਹੈ ਅਤੇ ਆਪਣੇ ਦੁੱਗਣੇ ਜੋਸ਼ ਦੇ ਨਾਲ ਜਿਹੜੇ ਆ ਉਹ ਕਿਸਾਨ ਅੰਦੋਲਨ ਦੇ ਵਿੱਚ ਪਹੁੰਚ ਰਹੇ। ਔਰਤਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ? ਔਰਤਾਂ ਨਾਲ ਖੜ ਰਹੀਆਂ ਨੇ, ਅੱਜ ਆ ਰਹੀਆਂ ਨੇ ਆਪ ਮੁਹਾਰੀਆਂ, ਜਾਂ ਮਿਹਨਤਾਂ ਕਰਨੀਆਂ ਪੈਂਦੀਆਂ, ਬੁਲਾਉਣੀਆਂ ਪੈਂਦੀਆਂ? ਨਹੀਂ ਜੀ, ਅਸੀਂ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਤੇ ਔਰਤਾਂ ਮਾਵਾਂ ਭੈਣਾਂ ਨੂੰ ਹੋਕਰਾ ਦਿੰਦੇ ਆ ਤਾਂ ਔਰਤਾਂ ਆਪਣੀ ਸ਼ਮੂਲੀਅਤ ਆਪ ਕਰ ਰਹੀਆਂ ਨੇ ਤੇ ਦਿੱਲੀ ਮੋਰਚੇ ਬਾਰੇ ਬਹੁਤ ਹੀ ਵਧੀਆ ਗੱਲਾਂ ਪੁੱਛਦੀਆਂ ਨੇ ਕਿ ਮੋਰਚਾ ਕਿੱਥੇ ਖੜਾ ਹੈ ਤੇ ਮੋਰਚਾ ਕਿੱਥੇ ਜਾ ਰਿਹਾ, ਸਾਨੂੰ ਵੀ ਦੱਸੋ। ਤੇ ਸਾਨੂੰ ਔਰਤਾਂ ਆਪਣਾ ਆਪ ਸਹਿਯੋਗ ਕਰ ਰਹੀਆਂ ਨੇ ਕਿ ਜਦੋਂ ਅਸੀਂ ਹੁਣ 15,000 ਦਾ ਕਾਫਲਾ ਖਨੌਰੀ ਬਾਰਡਰ ਤੋਂ ਲੈ ਕੇ ਗਏ ਆ, ਉਸ ਸਮੇਂ ਖੁਦ ਆਪ ਬੀਬੀਆਂ ਭੈਣਾਂ ਨੇ ਸਾਨੂੰ ਕਾਲ ਕਰਕੇ ਫੋਨ ਕਰਕੇ ਬੁਲਾਇਆ ਪਿੰਡਾਂ ਦੇ ਵਿੱਚ ਕਿ ਅਸੀਂ ਤਿਆਰ ਆ, ਸਾਨੂੰ ਲੈ ਕੇ ਜਾਓ। ਕਿ ਮੋਰਚੇ ਨੂੰ ਜਿਵੇਂ ਹੁਣ ਸਰਕਾਰ ਕਹਿ ਰਹੀ ਸੀ, ਖੱਟਰ ਸਰਕਾਰ, ਕਿ ਕਲੀਨ ਆਪਰੇਸ਼ਨ ਚਲਾਉਣਾ ਹੈ, ਉਹਦੇ ਤਹਿਤ ਮਾਵਾਂ ਭੈਣਾਂ ਨੇ ਕਿਹਾ ਕਿ ਕਿਤੇ ਉੱਥੇ ਗਿਣਤੀ ਦਾ ਨਹੀਂ ਘਟ ਗਈ, ਕਿ ਇੱਥੇ ਕੰਮ ਦੀ ਰੁੱਤ ਹੈ, ਹਾੜੀ ਦੀ ਰੁੱਤ ਹੈ, ਕਿ ਕਿਤੇ ਕੋਈ ਗਿਣਤੀ ਨਾ ਘਟ ਜੇ। ਤੇ ਬੀਬੀਆਂ ਭੈਣਾਂ ਨੇ ਆਪ ਕਿਹਾ ਕਿ ਅਸੀਂ ਤੁਹਾਡੇ ਨਾਲ 21 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰਾਂਗੇ ਤੇ ਦਿੱਲੀ ਦੀ ਬਰੂਹਾਂ ਦੇ ਵਿੱਚ ਜਾਵਾਂਗੇ। ਤੇ ਉਹੀ ਗੱਲ, ਹਰ ਪਿੰਡ ਦੇ ਵਿੱਚੋਂ ਇੱਕ ਬੱਸ 2 ਬੱਸ ਭਰ ਕੇ ਗਈਆਂ ਤੇ ਸਾਨੂੰ ਵੱਡਾ ਹੀ ਭਰਮਾ ਹੰਗਾਰਾ ਮਾਵਾਂ ਭੈਣਾਂ ਨੇ ਪਿੰਡਾਂ ਦੇ ਵਿੱਚੋਂ ਦਿੱਤਾ। ਚਾਹੇ ਉਹ 8 ਮਾਰਚ ਨੂੰ 85,000 ਦਾ ਵੱਡਾ ਇਕੱਠ ਹੋਵੇ ਸਾਡੀਆਂ ਮਾਵਾਂ ਭੈਣਾਂ ਦਾ, ਚਾਹੇ ਹੁਣ 15,000 ਦਾ ਇਕੱਠ ਹੋਵੇ, ਚਾਹੇ ਹੁਣ ਵੀ ਜਦੋਂ ਅਸੀਂ ਕਦੇ ਫੰਡ ਦੀ ਗੱਲ ਕਰਦੇ ਆ, ਚਾਹੇ ਪਿੰਡਾਂ ਦੇ ਵਿੱਚ ਹੁਣ ਵੀਰਾਂ ਨੇ ਫੰਡ ਕੀਤਾ, ਉੱਥੇ ਬੀਬੀਆਂ ਵੀ ਤਿਆਰ ਸੀਗੀਆਂ ਕਿ ਸਾਨੂੰ ਵੀ ਭਾਵੇਂ ਫੰਡ ਦੇ ਵਿੱਚ ਲਾ ਲਓ, ਅਸੀਂ ਫੰਡ ਦੇਣ ਨੂੰ ਵੀ ਤਿਆਰ ਆ ਤੇ ਤੁਰਨ ਨੂੰ ਵੀ ਤਿਆਰ ਆ ਤੇ ਦਿੱਲੀ ਦੀ ਬਰੂਹਾਂ ਤੇ ਜਾ ਕੇ ਰਹਿਣ ਨੂੰ ਵੀ ਤਿਆਰ ਆ। ਚਾਹੇ ਸਾਡੀ 15 ਦਿਨ ਦੀ ਡਿਊਟੀ ਲਾਓ, ਸਾਡੀ 10 ਦਿਨਾਂ ਦੀ ਲਾਓ, ਚਾਹੇ 20 ਦਿਨਾਂ ਦੀ, ਇਹੀ ਜੀ ਕੋਈ ਗੱਲ ਨਹੀਂ। ਇਹ ਅਫਵਾਹ ਹੈ ਕਿ ਉੱਥੇ ਇਕੱਠ ਘਟ ਗਿਆ ਜਾਂ ਬੀਬੀਆਂ ਭੈਣਾਂ ਜਾਣੋਂ ਘਟ ਗਈਆਂ ਜਾਂ ਸਾਡੇ ਵੀਰ ਨਹੀਂ, ਉੱਥੇ ਐਵੇਂ ਜੁਕਰੇ ਜਾਣਾ ਆਣਾ ਲੱਗਿਆ ਤੇ 20 ਦਿਨ ਵੀ ਰਹਿੰਦੇ, 15 ਦਿਨ ਵੀ ਰਹਿੰਦੇ, ਉੱਥੇ ਮੋਰਚਾ ਐਵੇਂ ਜ਼ਿਕਰ ਚੱਲੂਗਾ ਜਦੋਂ ਤੱਕ ਤਿੰਨੇ ਖੇਤੀ ਦੇ ਕਾਨੂੰਨ ਵਾਪਸ ਵੀ ਨਹੀਂ ਰੱਦ ਕਰਾ ਕੇ ਅਸੀਂ ਦਿੱਲੀ ਦੀ ਬਰੂਹਾਂ ਤੋਂ ਨਹੀਂ ਆਵਾਂਗੇ ਤੇ MSP ਦੀ ਗਾਰੰਟੀ ਨਹੀਂ ਹੋਗੇ, ਉਦੋਂ ਤੱਕ ਅਸੀਂ ਇਹ ਘੋਲ ਨੂੰ ਐਂ ਹੀ ਚਲਾਵਾਂਗੇ ਤੇ ਐਂ ਹੀ ਸਾਡੀ ਬੀਬੀਆਂ ਭੈਣਾਂ ਨੂੰ ਜਾਗਰੂਕ ਕਰਾਂਗੇ ਤੇ ਦਿੱਲੀ ਦੀ ਬਰੂਹਾਂ ਤੇ ਲੈ ਕੇ ਜਾਵਾਂਗੇ। ਜਿਵੇਂ ਸਰਕਾਰਾਂ ਵੱਲੋਂ ਗੱਲਾਂ ਕੀਤੀਆਂ ਜਾਂਦੀਆਂ ਤੇ ਉੱਥੇ ਡਰ ਦੇ ਮਾਹੌਲ ਵੀ ਪੈਦਾ ਕੀਤੇ ਗਏ ਸੀ, ਔਰਤਾਂ ਦੇ ਵਿੱਚ ਕੋਈ ਘੱਟ ਆਇਆ ਜਾਂ ਔਰਤਾਂ ਡਰੀਆਂ, ਜਾਂ ਲੱਗਦਾਗਾ ਵੀ ਔਰਤਾਂ ਨੂੰ ਵੀ ਕੋਈ ਡਰ ਨਹੀਂ, ਉਹ ਫਿਰ ਵੀ ਦਿੱਲੀ ਉਵੇਂ ਜਾ ਰਹੀਆਂ? ਇਹ ਤਾਂ ਸਰਕਾਰਾਂ ਤਾਂ ਬਹੁਤ ਕੁਛ ਕਰਨਗੀਆਂ, ਪਾਣੀ ਦੀਆਂ ਬਸਾਰਾਂ ਵੀ ਮਾਰਦੀਆਂ ਸਰਕਾਰਾਂ ਤਾਂ
ਪ੍ਰੇਸ਼ਨ ਕਲੀਨ ਵੀ ਕਹਿੰਦੀਆਂ, ਅਸੀਂ ਉਹਨਾਂ ਦਾ ਜਵਾਬ ਦੇਣ ਵੀ ਚੱਲੇ ਹੋਏ ਆ। ਔਰਤਾਂ ਜਾਗਰੂਕ ਨੇ, ਔਰਤਾਂ ਨੂੰ ਪਤਾ ਹੈ, ਪਿੰਡਾਂ ਦੇ ਵਿੱਚ ਵੀ ਔਰਤਾਂ ਨੂੰ ਪਤਾ ਹੈ ਵੀ ਜਿਹੜੀਆਂ ਇਹ ਜ਼ਮੀਨਾਂ ਨੇ ਜਦੋਂ ਇਹ ਚਲੀਆਂ ਗਈਆਂ ਸਾਡਾ ਕੁਝ ਵੀ ਨਹੀਂ ਰਹਿਣਾ। ਔਰਤਾਂ ਵੱਡੀ ਗਿਣਤੀ ਦੇ ਵਿੱਚ ਸਾਡੇ ਨਾਲ ਸੰਯੋਗ ਦਿੰਦੀਆਂ। ਜਦੋਂ ਵੀ ਅਸੀਂ ਉਹਨਾਂ ਨੂੰ ਕਾਲ ਕਰਦੇ ਆ ਵੀ ਆਪਣਾ ਕੋਈ ਮਾਨਸਾ ਜ਼ਿਲ੍ਹੇ ਦੇ ਵਿੱਚ ਧਰਨਾ ਹੈ ਜਾਂ ਆਪਾਂ ਦਿੱਲੀ ਦੀਆਂ ਬਰੂਹਾਂ ਤੇ ਜਾਣਾ ਹੈ, ਹਰ ਟਾਈਮ ਹਰੀ ਕਾਇਮ ਤਿਆਰ ਰਹਿੰਦੀਆਂ ਨੇ। ਜਿਵੇਂ ਵੀ ਸਾਨੂੰ ਜਥੇਬੰਦੀ ਦਾ ਕੋਈ ਸੁਨੇਹਾ ਆਉਂਦਾ ਉਸ ਜਥੇਬੰਦੀ ਦੇ ਸੁਨੇਹੇ ਤੇ ਅਸੀਂ ਫੁੱਲ ਚੜਾਉਣੇ ਆ। ਜਿੰਨਾ ਚਿਰ ਇਹ ਅਸੀਂ ਮੋਰਚਾ ਜਿੱਤ ਕੇ ਨਹੀਂ ਆਉਂਦੇ ਉਹਨਾਂ ਚਿਰ ਅਸੀਂ ਦਿੱਲੀ ਦੀਆਂ ਬਰੂਹਾਂ ਤੋਂ ਉੱਠ ਕੇ ਨਹੀਂ ਆਉਣਾ। ਇਹ ਸਾਡੀ ਕੇਂਦਰ ਸਰਕਾਰ ਨੂੰ ਚੇਤਾਵਨੀ ਹੈ ਵੀ ਕੇਂਦਰ ਸਰਕਾਰ ਉੱਤੋਂ ਤੋਂ ਬੜਕਾ ਮਾਰਦੀਆਂ, ਅੰਦਰੋਂ ਡਰੀ ਹੋਈਆਂ। ਜਿੰਨਾ ਚਿਰ ਸਾਡੇ ਕਾਨੂੰਨ ਰੱਦ ਨਹੀਂ ਹੋਣਗੇ ਅਸੀਂ ਦਿੱਲੀ ਦੀਆਂ ਬਰੂਹਾਂ ਤੋਂ ਵਾਪਸ ਨਹੀਂ ਘਰਾਂ ਨੂੰ ਆਵਾਂਗੇ। ਚਾਹੋ ਮਾਵਾਂ ਹੈ, ਚਾਹੋ ਨੌਜਵਾਨੀ ਹੈ, ਚਾਹੋ ਸਾਡੇ ਬਜ਼ੁਰਗ ਨੇ, ਅਸੀਂ ਡਟੇ ਰਹਾਂਗੇ ਉਹਨਾਂ ਚਿਰ। ਬਿਲਕੁਲ ਸੰਘਰਸ਼ ਦੇ ਨਾਲ ਨਾਲ ਅੱਜ ਜਿਹੜੀ ਜ਼ਿਲ੍ਹੇ ਮਾਨਸਾ ਦੀ ਇਹ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਦੀ ਮੀਟਿੰਗ ਸੀ, ਇਹਦੇ ਵਿੱਚ ਇਹਨਾਂ ਨੇ ਇਹੀ ਵਿਚਾਰ ਰੱਖੇ ਆ ਕਿ ਇੱਥੋਂ ਆਪਾਂ ਫੰਡਿੰਗ ਇਕੱਠੀ ਕਰਨੀ ਹੈ ਕਿਉਂਕਿ ਦਿੱਲੀ ਦੇ ਵਿੱਚ ਫੰਡਾਂ ਦੀ ਵੀ ਲੋੜ ਪੈਂਦੀ ਹੈ। ਤੇ ਇਸ ਤੋਂ ਇਲਾਵਾ ਪਿੰਡ ਪਿੰਡ ਜਾ ਕੇ ਆਪਾਂ ਲੋਕਾਂ ਨੂੰ ਜਾਗਰੂਕ ਕਰਕੇ ਉੱਥੇ ਜਿਹੜਾ ਕਾੜਾ ਹੋਰ ਇਕੱਠ ਕਰਨਾਗਾ, ਤਿੱਖਾ ਸੰਘਰਸ਼ ਕਰਨਾ ਤਾਂ ਜੋ ਜਿਹੜੀ ਖੇਤੀ ਕਾਨੂੰਨ ਨੇ ਕੇਂਦਰ ਸਰਕਾਰ ਤੋਂ ਰੱਦ ਕਰਾ ਸਕੀਏ। ਇੱਥੇ ਹੀ ਕੇਂਦਰ ਸਰਕਾਰ ਨੂੰ ਵੀ ਦੇਖਣਾ ਬਣਦਾ ਕਿ ਲੰਬਾ ਸੰਘਰਸ਼ ਹੋ ਚੁੱਕਿਆ, ਜਿਹੜੇ ਘਰਾਂ ਨੂੰ ਚਲਾਉਣ ਵਾਸਤੇ ਸੰਘਰਸ਼ ਕਰ ਰਹੇ ਆ ਕਿਸਾਨ, ਇਹ ਸਾਰੇ ਦੇਸ਼ ਦਾ ਢਿੱਡ ਵੀ ਭਰ ਰਿਹਾ। ਇਹਨਾਂ ਨੂੰ ਦੁਬਾਰਾ ਆਪੋ ਆਪਦੇ ਕੰਮਾਂ ਤੇ ਲਗਾਇਆ ਜਾਵੇ, ਦਿੱਲੀ ਨੂੰ ਖਾਲੀ ਕਰਾਇਆ ਜਾਵੇ। ਸਰਕਾਰ ਦਾ ਇੱਧਰ ਵੀ ਧਿਆਨ ਦੇਣਾ ਬਣਦਾ। ਮਨੀਸ਼ ਸ਼ਰਮਾ, ਨਿਰਪੱਖ ਪੋਸਟ, ਮਾਨਸਾ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।